ਮੇਰਾ ਨਵਾਂ ਵਿਆਹ ਹੋਇਆ ਸੀ। ਸਹੁਰੇ ਘਰ ਵਿੱਚ ਅਸੀਂ 3 ਲੋਕ ਸੀ। ਮੈਂ, ਮੇਰਾ ਪਤੀ ਅਤੇ ਉਸਦਾ ਭਰਾ। ਮੇਰਾ ਪਤੀ ਇੱਕ ਵਪਾਰੀ ਸੀ ਅਤੇ ਅਕਸਰ ਕੰਮ ਦੇ ਸਿਲਸਿਲੇ ਵਿੱਚ ਕਈ ਦਿਨਾਂ ਲਈ ਸ਼ਹਿਰ ਤੋਂ ਬਾਹਰ ਚਲਾ ਜਾਂਦਾ ਸੀ। ਮੇਰੇ ਪਤੀ ਦੇ ਮਾਤਾ-ਪਿਤਾ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਲਈ ਮੈਂ ਕੁਝ ਦਿਨਾਂ ਵਿੱਚ ਹੀ ਆਪਣੇ ਸਹੁਰੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਸੀ। ਮੇਰੇ ਦੇਵਰ ਦੀ ਉਮਰ 17 ਸਾਲ ਦੀ ਸੀ। ਇਸ ਲਈ ਮੈਂ ਸਮਝਦੀ ਸੀ ਕਿ ਉਹ ਅਜੇ ਬੱਚਾ ਹੈ। ਪਰ ਇੱਕ ਦਿਨ ਸਵੇਰੇ ਜਦੋਂ ਮੈਂ ਉਸ ਲਈ ਚਾਹ ਲੈ ਕੇ ਗਈ ਤਾਂ ਉਹ ਸੁੱਤਾ ਪਿਆ ਸੀ। ਮੈਂ ਉਸਨੂੰ ਜਗਾਇਆ ਅਤੇ ਚਾਹ ਨੂੰ ਕੱਪ ਵਿੱਚ ਪਾਉਣ ਲਈ ਥੋੜ੍ਹਾ ਜਿਹਾ ਨੀਚੇ ਝੁਕੀ। ਫਿਰ ਮੈਂ ਦੇਖਿਆ ਕਿ ਉਸ ਦੀਆਂ ਅੱਖਾਂ ਸਿੱਧੀਆਂ ਮੇਰੀ ਛਾਤੀ 'ਤੇ ਟਿਕੀਆਂ ਹੋਈਆਂ ਸਨ। ਫਿਰ ਇਸ ਤਰ੍ਹਾਂ ਇੱਕ ਦਿਨ ਜਦੋਂ ਮੈਂ ਆਪਣੇ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ ਤਾਂ ਮੈਂ ਦੇਖਿਆ ਕਿ ਉਹ ਖਿੜਕੀ ਤੋਂ ਲੁਕ ਛਿਪ ਕੇ ਮੈਨੂੰ ਦੇਖ ਰਿਹਾ ਸੀ। ਮੈਨੂੰ ਉਸਦਾ ਇਹ ਵਿਵਹਾਰ ਠੀਕ ਨਹੀਂ ਲੱਗਿਆ, ਪਰ ਮੈਂ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਅਜੇ ਬੱਚਾ ਹੈ। ਇੱਕ ਦਿਨ ਮੇਰੇ ਪਤੀ ਨੇ ਦੱਸਿਆ ਕਿ ਉਸਨੇ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਤੋਂ ਬਾਹਰ ਜਾਣਾ ਹੈ ਅਤੇ ਅਗਲੀ ਹੀ ਸਵੇਰ ਉਹ ਘਰੋਂ ਚਲੇ ਗਏ। ਹੁਣ ਮੈਂ ਅਤੇ ਮੇਰਾ ਦੇਵਰ ਦੋਵੇਂ ਘਰ ਵਿੱਚ ਇਕੱਲੇ ਸੀ। ਫਿਰ ਇੱਕ ਦਿਨ ਮੈਂ ਨਹਾਉਣ ਲਈ ਵਾਸ਼ਰੂਮ ਵਿੱਚ ਗਈ ਤਾਂ ਮੈਂ ਦੇਖਿਆ ਕਿ ਵਾਸ਼ਰੂਮ ਦਾ ਤਾਲਾ ਖਰਾਬ ਹੋ ਗਿਆ ਹੈ। ਤਾਂ ਮੈਂ ਦਰਵਾਜ਼ਾ ਇਸੇ ਤਰ੍ਹਾਂ ਬੰਦ ਕਰ ਦਿੱਤਾ ਅਤੇ ਨਹਾਉਣ ਲੱਗ ਪਈ। ਜਦੋਂ ਮੈਂ ਆਪਣੇ ਸਾਰੇ ਕੱਪੜੇ ਲਾਹ ਕੇ ਨਹਾਉਣਾ ਸ਼ੁਰੂ ਕੀਤਾ, ਉਦੋਂ ਹੀ ਮੇਰੇ ਦੇਵਰ ਦਰਵਾਜ਼ਾ ਖੋਲ੍ਹ ਕੇ ਸਿੱਧਾ ਅੰਦਰ ਆ ਗਿਆ। ਉਸ ਨੂੰ ਦੇਖ ਕੇ ਮੇਰੇ ਸਾਹ ਰੁਕ ਗਏ। ਮੈਂ ਬਿਨਾਂ ਕੱਪੜਿਆਂ ਦੇ ਉਸ ਦੇ ਸਾਹਮਣੇ ਖੜੀ ਸੀ। ਮੈਂ ਉਸਨੂੰ ਉੱਚੀ ਝਿੜਕਿਆ ਤੇ ਕਿਹਾ, ਤੇਰੇ ਭਰਾ ਨੂੰ ਆਉਣ ਦੇ, ਮੈਂ ਤੇਰੀਆਂ ਗਲਤ ਹਰਕਤਾਂ ਬਾਰੇ ਦੱਸਾਂਗੀ। ਫਿਰ ਮੈਂ ਦੇਖਿਆ ਕਿ ਉਸ ਦੀਆਂ ਅੱਖਾਂ ਵਿੱਚ ਬਹੁਤ ਗੁੱਸਾ ਸੀ ਅਤੇ ਕੁਝ ਦੇਰ ਮੇਰੇ ਵੱਲ ਘੂਰ ਕੇ ਉਹ ਵਾਸ਼ਰੂਮ ਤੋਂ ਬਾਹਰ ਚਲਾ ਗਿਆ। ਅਗਲੇ ਦਿਨ ਜਦੋਂ ਮੈਂ ਬਾਜ਼ਾਰ ਤੋਂ ਘਰ ਆਈ ਅਤੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਜੋ ਮੈਂ ਦੇਖਿਆ, ਉਸ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ। ਮੈਂ ਦੇਖਿਆ ਕਿ ਮੇਰੇ ਕਮਰੇ ਦੇ ਟੀਵੀ 'ਤੇ ਮੇਰੇ ਨਹਾਉਣ ਤੋਂ ਲੈ ਕੇ ਕੱਪੜੇ ਬਦਲਣ ਤੱਕ ਦੀ ਵੀਡੀਓ ਚੱਲ ਰਹੀ ਹੈ। ਮੈਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਇਹ ਸਭ ਕਿਸਨੇ ਕੀਤਾ ਹੈ। ਮੈਂ ਗੁੱਸੇ ਵਿੱਚ ਸਿੱਧਾ ਉਸ ਦੇ ਕਮਰੇ ਵਿੱਚ ਗਈ ਤਾਂ ਮੈਂ ਦੇਖਿਆ ਕਿ ਉਹ ਖੁਸ਼ੀ ਨਾਲ ਬੈੱਡ 'ਤੇ ਲੇਟਿਆ ਹੋਇਆ ਸੀ ਅਤੇ ਉਸਨੇ ਕਿਹਾ, ਜੇਕਰ ਤੁਸੀਂ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਮੈਂ ਤੁਹਾਡੀ ਜ਼ਿੰਦਗੀ ਬਰਬਾਦ ਕਰ ਦਿਆਂਗਾ। ਮੈਂ ਤੁਹਾਡੇ ਸਾਰੇ ਵੀਡੀਓ ਇੰਟਰਨੈੱਟ 'ਤੇ ਪਾ ਦੇਵਾਂਗਾ। ਮੈਂ ਉਸਦੀ ਗੱਲ ਸੁਣ ਕੇ ਮੈਂ ਬਹੁਤ ਡਰ ਗਈ ਅਤੇ ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਇਵੇਂ ਕਿਉਂ ਕਰ ਰਹੇ ਹੋ? ਮੈਂ ਤੇਰਾ ਕੀ ਵਿਗਾੜਿਆ ਹੈ? ਫਿਰ ਉਸਨੇ ਹੱਸ ਕੇ ਕਿਹਾ, ਮੈਂ ਤੁਹਾਡੇ ਨਾਲ ਇੱਕ ਵਾਰ ਸੌਣਾ ਚਾਹੁੰਦਾ ਹਾਂ। ਉਸ ਤੋਂ ਬਾਅਦ ਮੇਰੀ ਸਾਰੀਆਂ ਵੀਡੀਓਜ਼ ਡਿਲੀਟ ਕਰ ਦੇਵੇਗਾ ਅਤੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਾਂਗਾ। ਇਹ ਸੁਣ ਕੇ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਕੇ ਰੋਣ ਲੱਗ ਪਈ। ਉਹ ਵੀ ਮੇਰੇ ਪਿੱਛੇ ਮੇਰੇ ਕਮਰੇ ਵਿੱਚ ਆਇਆ। ਉਸ ਨੂੰ ਦੇਖ ਕੇ ਮੇਰੀ ਧੜਕਣ ਜਿਵੇਂ ਰੁਕ ਗਈ ਹੋਵੇ। ਮੈਂ ਜਲਦੀ ਨਾਲ ਬੈੱਡ ਤੋਂ ਉੱਠ ਕੇ ਖੜੀ ਹੋ ਗਈ। ਫਿਰ ਉਹ ਮੇਰੇ ਨੇੜੇ ਆਇਆ ਅਤੇ ਆਪਣੇ ਦੋਵਾਂ ਹੱਥਾਂ ਨਾਲ ਮੇਰੇ ਪਿੱਛੇ ਦਾ ਹਿੱਸਾ ਫੜ ਲਿਆ। ਮੈਂ ਵੀਡੀਓਜ਼ ਕਾਰਨ ਪਹਿਲਾਂ ਹੀ ਉਸ ਤੋਂ ਕਾਫੀ ਡਰੀ ਹੋਈ ਸੀ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਨਹੀਂ ਸਕਦੀ ਸੀ। ਫਿਰ ਉਸਨੇ ਕਿਹਾ, ਭਾਬੀ, ਤੁਹਾਡਾ ਸਰੀਰ ਬਹੁਤ ਜ਼ਬਰਦਸਤ ਹੈ। ਜਦੋਂ ਮੈਂ ਤੁਹਾਡੀ ਛਾਤੀ ਅਤੇ ਪਿੱਛੇ ਦਾ ਹਿੱਸਾ ਪਹਿਲੀ ਵਾਰ ਦੇਖਿਆ ਸੀ ਤਾਂ ਮੈਂ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਪਾ ਰਿਹਾ ਸੀ ਅਤੇ ਉਸ ਦਿਨ ਤੋਂ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਇੱਕ ਰਾਤ ਜ਼ਰੂਰ ਬਿਤਾਵਾਂਗਾ। ਰੋਂਦੇ ਹੋਏ ਮੈਂ ਹੱਥ ਜੋੜ ਕੇ ਉਸ ਨੂੰ ਮੇਰੇ ਨਾਲ ਅਜਿਹਾ ਨਾ ਕਰਨ ਲਈ ਕਹਿਣ ਲੱਗੀ, ਪਰ ਉਸ ਦੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ।
ਫਿਰ ਉਸਨੇ ਬਹੁਤ ਹੀ ਜ਼ੋਰ ਨਾਲ ਕੁੱਟ ਕੇ ਮੇਰੇ ਪਿੱਛੇ ਦੇ ਹਿੱਸੇ ਨੂੰ ਫੜ ਲਿਆ ਅਤੇ ਮੇਰੀ ਛਾਤੀ ਨੂੰ ਚੱਟਣ ਲੱਗਾ। ਡਰ ਦੇ ਮਾਰੇ ਮੇਰੀ ਸਾਹ ਫੁੱਲਣ ਲੱਗੇ। ਫਿਰ ਉਸਨੇ ਮੇਰੇ ਬੁੱਲ੍ਹਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਬੈੱਡ 'ਤੇ ਲੇਟਾ ਕੇ ਮੇਰੇ ਉੱਪਰ ਲੇਟ ਗਿਆ। ਮੈਂ ਅੱਖਾਂ ਬੰਦ ਕਰਕੇ ਬਸ ਰੋ ਰਹੀ ਸੀ। ਫਿਰ ਉਸਨੇ ਮੇਰੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਕੁਝ ਹੀ ਸਮੇਂ ਵਿੱਚ ਮੈਂ ਬਿਨਾਂ ਕੱਪੜਿਆਂ ਉਸਦੇ ਸਾਹਮਣੇ ਸੀ। ਫਿਰ ਉਸਨੇ ਆਪਣੇ ਕੱਪੜੇ ਵੀ ਉਤਾਰ ਦਿੱਤੇ। ਮੈਂ ਫਿਰ ਉਸਨੂੰ ਉਸਦੇ ਵੱਡੇ ਭਰਾ ਦਾ ਵਾਸਤਾ ਦੇ ਕੇ ਇਹੋ ਜਿਹਾ ਨਾ ਕਰਨ ਦੀ ਮਿੰਨਤ ਕਰਨੀ ਸ਼ੁਰੂ ਕਰ ਦਿੱਤੀ, ਪਰ ਉਸਦੇ ਸਿਰ 'ਤੇ ਗਲਤ ਕੰਮ ਕਰਨ ਦਾ ਭੂਤ ਸਵਾਰ ਹੋ ਚੁੱਕਿਆ ਸੀ। ਫਿਰ ਉਸਨੇ ਮੈਨੂੰ ਬੈੱਡ 'ਤੇ ਉਲਟਾ ਲੇਟਣ ਲਈ ਕਿਹਾ ਅਤੇ ਮੈਂ ਨਾ ਚਾਹੁੰਦੇ ਹੋਏ ਵੀ ਇਹੋ ਜਿਹਾ ਕਰਨ ਲਈ ਮਜਬੂਰ ਸੀ। ਜਦ ਹੀ ਮੈਨੂੰ ਅਹਿਸਾਸ ਹੋਇਆ ਕਿ ਉਸਨੇ ਮੇਰੇ ਪਿੱਛੇ ਦੇ ਹਿੱਸੇ ਨੂੰ ਚੁੰਮਣਾ ਅਤੇ ਚੱਟਣਾ ਸ਼ੁਰੂ ਕਰ ਦਿੱਤਾ। ਕੁਝ ਦੇਰ ਇਸ ਤਰ੍ਹਾਂ ਕਰਨ ਤੋਂ ਬਾਅਦ ਉਹ ਮੇਰੇ 'ਤੇ ਇਸੇ ਤਰ੍ਹਾਂ ਲੇਟ ਗਿਆ ਅਤੇ ਮੇਰੀ ਗਰਦਨ ਨੂੰ ਕੱਟਦੇ ਹੋਏ ਹੁਣ ਉਹ ਕੰਮ ਕਰਨ ਲੱਗ ਪਿਆ ਜਿਸ ਲਈ ਉਹ ਪਾਗਲ ਹੋ ਰਿਹਾ ਸੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਸ ਨੂੰ ਮੈਂ ਬੱਚਾ ਸਮਝ ਰਹੀ ਸੀ ਕਿ ਉਹ ਮੇਰੇ ਨਾਲ ਇਹ ਸਭ ਕਰ ਸਕਦਾ ਹੈ। ਫਿਰ ਉਹ ਬਿਨਾਂ ਰੁਕੇ ਲਗਾਤਾਰ ਮੇਰੀ ਗਰਦਨ ਅਤੇ ਕੰਨ 'ਤੇ ਕੱਟਦੇ ਹੋਏ ਕਾਫੀ ਦੇਰ ਤੱਕ ਆਪਣਾ ਕੰਮ ਕਰਦਾ ਰਿਹਾ। ਮੈਂ ਰੋਂਦੇ ਹੋਏ ਇਹ ਸਭ ਖਤਮ ਹੋਣ ਦੀ ਇੰਤਜ਼ਾਰ ਕਰ ਰਹੀ ਸੀ। ਫਿਰ ਉਹ ਆਪਣਾ ਕੰਮ ਖਤਮ ਕਰਕੇ ਮੇਰੇ ਕੋਲ ਲੇਟ ਗਿਆ। ਮੈਂ ਉਸਨੂੰ ਆਪਣੀ ਵੀਡੀਓਜ਼ ਡਿਲੀਟ ਕਰਨ ਲਈ ਕਿਹਾ ਤਾਂ ਉਸਨੇ ਕਿਹਾ, "ਇੰਨੀ ਵੀ ਕਿਆ ਜਲਦੀ ਹੈ ਭਾਬੀ ਜੀ, ਹਲੇ ਤਾਂ ਅਸੀਂ ਇਹ ਸਭ ਸ਼ੁਰੂ ਕੀਤਾ ਹੈ।" ਉਸ ਦੀ ਗੱਲ ਸੁਣ ਕੇ ਮੈਂ ਸਮਝ ਗਈ ਕਿ ਉਹ ਮੈਨੂੰ ਇੰਨੀ ਆਸਾਨੀ ਨਾਲ ਛੱਡਣ ਵਾਲਾ ਨਹੀਂ ਹੈ। ਮੈਂ ਇਹ ਸਭ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਸੀ ਅਤੇ ਮੈਂ ਆਪਣੇ ਕਮਰੇ ਵਿੱਚ ਪਹਿਲਾਂ ਹੀ ਗੁਪਤ ਕੈਮਰਾ ਲਗਾ ਦਿੱਤਾ ਸੀ ਤਾਂ ਕਿ ਜੇਕਰ ਉਹ ਜ਼ਬਰਦਸਤੀ ਮੇਰੇ ਨਾਲ ਗਲਤ ਕੰਮ ਕਰਦਾ ਹੈ ਤਾਂ ਉਹ ਸਾਰਾ ਕੁਝ ਰਿਕਾਰਡ ਹੋ ਜਾਵੇ। ਮੈਂ ਵੀਡੀਓ ਫੁਟੇਜ ਕੱਢ ਕੇ ਸਿੱਧਾ ਪੁਲਿਸ ਕੋਲ ਲੈ ਗਈ ਤੇ ਸਾਰੀ ਸੱਚਾਈ ਦੱਸੀ। ਫਿਰ ਮੇਰੇ ਪਤੀ ਨੂੰ ਵੀ ਇਸ ਗੱਲ ਬਾਰੇ ਪਤਾ ਲੱਗਾ ਅਤੇ ਉਹ ਮੇਰੇ ਕੋਲ ਆ ਗਏ। ਮੈਨੂੰ ਉਹਨੂੰ ਸਭ ਕੁਝ ਸੱਚ ਦੱਸ ਦਿੱਤਾ। ਮੈਨੂੰ ਲੱਗਿਆ ਸੀ ਕਿ ਸ਼ਾਇਦ ਉਹ ਮੇਰੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰੇਗਾ ਅਤੇ ਆਪਣੇ ਭਰਾ ਦਾ ਸਾਥ ਦੇਵੇਗਾ, ਪਰ ਉਹ ਬਹੁਤ ਇਮਾਨਦਾਰ ਸੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਸਭ ਕੋਈ ਮੇਰੀ ਭੈਣ ਨਾਲ ਕਰਦਾ ਤਾਂ ਮੈਂ ਉਸ ਲਈ ਇਨਸਾਫ ਚਾਹੁੰਦਾ। ਭਾਵੇਂ ਹੀ ਮੇਰੀ ਪਤਨੀ ਨਾਲ ਇਹੋ ਜਿਹਾ ਹੋਇਆ ਹੈ, ਮੈਨੂੰ ਸਿਰਫ ਇਨਸਾਫ ਚਾਹੀਦਾ ਹੈ, ਭਾਵੇਂ ਗਲਤ ਕਰਨ ਵਾਲਾ ਮੇਰਾ ਸਗਾ ਭਰਾ ਹੀ ਕਿਉਂ ਨਾ ਹੋਵੇ। ਉਸ ਤੋਂ ਬਾਅਦ ਪੁਲਿਸ ਨੇ ਮੇਰੇ ਦੇਵਰ ਨੂੰ ਫੜ ਲਿਆ ਅਤੇ ਮੈਂ ਆਪਣੇ ਪਤੀ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ। ਪਤੀ ਪਤਨੀ ਇੱਕ ਦੂਜੇ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ ਜੇਕਰ ਉਹ ਇੱਕ ਦੂਜੇ 'ਤੇ ਭਰੋਸਾ ਕਰਦੇ ਹਨ ਅਤੇ ਇੱਕ ਦੂਜੇ ਦਾ ਸਾਥ ਦਿੰਦੇ ਹਨ। ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।